ਸਤਿ ਸ਼੍ਰੀ ਅਕਾਲ ਦੋਸਤੋ। ਜਿਸ ਤਰ੍ਹਾਂ ਕਿ ਆਪਾਂ ਮੋਸ਼ਨ ਦਾ ਪਹਿਲਾ ਭਾਗ ਕਰ ਚੁੱਕੇ ਹਾਂ, ਜਿਸ ਦੇ ਵਿੱਚ ਕਿ ਆਪਾਂ ਪੜ੍ਹ ਚੁੱਕੇ ਹਾਂ ਕਿ ਬੜੀ ਮੋਸ਼ਨ, ਹਾਊ ਮੈਨੀ ਟਾਈਪਸ ਆਫ ਮੋਸ਼ਨਸ। ਠੀਕ ਹੈ, ਤਾਂ ਅੱਜ ਆਪਾਂ ਜੋ ਅੱਗੇ ਜੋ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਇਸ ਦੇ ਵਿੱਚ ਕਿ ਮੋਸ਼ਨ ਦਾ ਯੂਨੀਫਾਰਮ ਮੋਸ਼ਨ ਕੀ ਹੁੰਦਾ ਹੈ, ਨੋਨ ਯੂਨੀਫਾਰਮ ਮੋਸ਼ਨ, ਵੈਲੋਸਿਟੀ, ਐਕਸਲਰੇਸ਼ਨ ਵਗੈਰਾ। ਠੀਕ ਹੈ, ਇਹਨਾਂ ਦੇ ਬਾਰੇ ਜੋ ਅੱਜ ਪੜ੍ਹਾਂਗੇ ਇਸ ਦੇ ਵਿੱਚ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਯੂਨੀਫਾਰਮ ਮੋਸ਼ਨ, ਸਮਾਨ ਗਤੀ ਕੀ ਹੁੰਦੀ ਹੈ। ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸਦੀ ਗਤੀ ਨੂੰ ਇੱਕ ਸਮਾਨ ਗਤੀ ਕਿਹਾ ਜਾਂਦਾ ਹੈ। ਠੀਕ ਹੈ, ਕੋਈ ਵੀ ਵਸਤੂ ਜਦੋਂ ਇੱਕ ਬਰਾਬਰ ਸਮੇਂ ਅੰਤਰਾਲਾਂ ਦੇ ਵਿੱਚ ਸਮਾਨ ਦੂਰੀ ਤੈਅ ਕਰਦੀ ਹੈ, ਠੀਕ ਹੈ, ਇੱਕ ਨਿਸ਼ਚਿਤ ਸਮੇਂ ਤੋਂ ਬਾਅਦ। ਠੀਕ ਹੈ, ਮੰਨ ਲਓ ਇੱਕ ਕਾਰ ਕੀ ਹੈ ਕਿ 1 ਘੰਟੇ ਬਾਅਦ 60 ਕਿਲੋਮੀਟਰ ਦੀ ਦੂਰੀ ਤੈਅ ਕਰੇ ਤਾਂ ਦੂਸਰੇ ਘੰਟੇ ਬਾਅਦ ਵੀ 60 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਠੀਕ ਹੈ, ਉਹ ਕੀ ਹੁੰਦੀ ਹੈ, ਯੂਨੀਫਾਰਮ ਗਤੀ। ਉਸ ਤੋਂ ਬਾਅਦ ਚਾਲ ਦਾ ਮਾਤਰਕ ਜੋ ਕਿ ਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਠੀਕ ਹੈ, ਇਹ ਪਹਿਲਾਂ ਵੀ ਦੱਸ ਚੁੱਕੇ ਆਪਾਂ। ਇਹ ਕਾਰ ਹੈ, ਠੀਕ ਹੈ, ਕੀ ਕਰੇ, ਇੱਕੋ ਸਪੀਡ ਦੇ ਉੱਤੇ ਜਾ ਰਹੀ ਹੈ। ਠੀਕ ਹੈ, ਇੱਕੋ ਸਪੀਡ ਦੇ ਉੱਤੇ ਕੋਈ ਟਾਈਮ ਵੱਧ ਨਹੀਂ ਲੈ ਰਹੀ, ਕੋਈ ਘੱਟ ਨਹੀਂ ਲੈ ਰਹੀ, ਸਿਰਫ ਸੇਮ ਹੈ। ਠੀਕ ਹੈ, ਜਿਸ ਦੇ ਵਿੱਚ ਕੀ ਹੁੰਦਾ ਕਿ ਸਪੀਡ ਕੀ ਹੁੰਦੀ ਹੈ, ਕੌਨਸਟੈਂਟ। ਕੌਨਸਟੈਂਟ ਦਾ ਮਤਲਬ ਕਿ ਸਪੀਡ ਨਿਸ਼ਚਿਤ ਹੋਵੇਗੀ ਕਿ ਇੰਨੀ ਸਪੀਡ ਕੱਢੇਗੀ ਕਾਰ। ਠੀਕ ਹੈ, ਜਿਵੇਂ ਇੱਕ ਆਵਰ ਦੇ ਵਿੱਚ ਕਿੰਨੀ ਹੈ, ਮੰਨ ਲਓ 20 ਕਿਲੋਮੀਟਰ ਕੱਢ ਰਹੀ ਹੈ, ਤਾਂ ਦੂਸਰੇ ਆਵਰ ਦੇ ਵਿੱਚ ਵੀ ਉਹ ਕੀ ਕਰੇਗੀ। ਠੀਕ ਹੈ, ਤਾਂ 2 ਆਵਰਸ ਦੇ ਵਿੱਚ ਕਿੰਨੀਆਂ ਕੱਢੇਗੀ, ਉਹ 40 ਕਿਲੋਮੀਟਰ ਪਰ ਆਵਰ। ਠੀਕ ਹੈ, ਇਹ ਚੀਜ਼ ਹੁੰਦੀ ਹੈ ਕੌਨਸਟੈਂਟ ਸਪੀਡ। ਠੀਕ ਹੈ, ਹੁਣ ਕੌਨਸਟੈਂਟ ਜੋ ਟੋਟਲ ਜੋ ਡਿਸਟੈਂਸ ਕਵਰਡ ਕੀਤੀ ਹੈ ਗੱਡੀ ਨੂੰ ਕਿਵੇਂ ਕੱਢਿਆ ਜਾਂਦੀ ਹੈ। ਠੀਕ ਹੈ, ਜਿਸ ਤਰ੍ਹਾਂ ਕਿ ਕੌਨਸਟੈਂਟ ਡਿਸਟੈਂਸ ਕਿੰਨੀ ਹੈ, ਠੀਕ ਹੈ, ਕੌਨਸਟੈਂਟ ਦੂਰੀ, ਠੀਕ ਹੈ, ਨਿਸ਼ਚਿਤ ਦੂਰੀ ਕਿੰਨੀ ਕਵਰ ਕੀਤੀ ਤੇ ਮਲਟੀਪਲਾਈ ਨੂੰ ਉਹਨੂੰ ਟੋਟਲ ਟਾਈਮ ਕਿੰਨਾ ਲਿੱਤਾ ਕਾਰ ਨੇ। ਠੀਕ ਹੈ, ਇਜ਼ ਇਕੁਅਲ ਟੂ ਹੁੰਦਾ ਉਹ ਟੋਟਲ ਡਿਸਟੈਂਸ ਕਵਰਡ। ਠੀਕ ਹੈ, ਉਹ ਕੀ ਕੀਤੀ ਉਸਨੇ, ਕਿੰਨੀ ਡਿਸਟੈਂਸ ਕਵਰ ਕਰ ਲਿੱਤੀ। ਅੱਗੇ ਨੋਨ ਯੂਨੀਫਾਰਮ ਮੋਸ਼ਨ, ਅਸਮਾਨ ਗਤੀ ਕੀ ਹੁੰਦੀ ਹੈ। ਸਪੀਡ ਇਜ਼ ਨੋਟ ਕੌਨਸਟੈਂਟ। ਇਹਦੇ ਵਿੱਚ ਕੀ ਹੈ ਕਿ ਜਿਸ ਦਾ ਯੂਨੀਫਾਰਮ ਦੇ ਵਿੱਚ ਕੀ ਹੈ, ਸਪੀਡ ਕੌਨਸਟੈਂਟ ਰਹਿੰਦੀ ਸੀ, ਇਸ ਦੇ ਵਿੱਚ ਸਪੀਡ ਕੌਨਸਟੈਂਟ ਨਹੀਂ ਰਹਿੰਦੀ ਕਿਉਂਕਿ ਸਪੀਡ ਚੇਂਜ ਹੁੰਦੀ ਰਹਿੰਦੀ ਹੈ। ਠੀਕ ਹੈ, ਕਦੇ ਘੱਟ ਕਦੇ ਵੱਧ। ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਨਹੀਂ ਕਰਦੀ ਤਾਂ ਉਹ ਅਸਮਾਨ ਗਤੀ ਹੁੰਦੀ ਹੈ। ਠੀਕ ਹੈ, ਜਦੋਂ ਜ਼ਿਆਦਾਤਰ ਅਵਸਥਾਵਾਂ ਵਿੱਚ ਵਸਤੂਆਂ ਅਸਮਾਨ ਗਤੀ ਵਿੱਚ ਹੁੰਦੀਆਂ ਹਨ ਤਾਂ ਉੱਥੇ ਕੀ ਕੱਢੀ ਜਾਂਦੀ ਹੈ, ਉਹਨਾਂ ਦੀ ਐਵਰੇਜ ਚਾਲ ਕੱਢੀ ਜਾਂਦੀ ਹੈ ਜਾਂ ਔਸਤ ਚਾਲ ਕੱਢੀ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਇਹ ਖਿਡਾਰੀ ਹੈ, ਠੀਕ ਹੈ, ਇਹ ਕੀ ਕਰ ਰਿਹਾ ਕਿ ਕਦੇ ਸਲੋ ਦੌੜਦਾ ਕਦੇ ਤੇਜ਼ ਦੌੜਦਾ। ਠੀਕ ਹੈ, ਇਹ ਕੀ ਹੁੰਦਾ, ਨੋਨ ਯੂਨੀਫਾਰਮ ਮੋਸ਼ਨ ਦੇ ਵਿੱਚ ਚੱਲ ਰਿਹਾ ਹੁੰਦਾ। ਠੀਕ ਹੈ, ਇਸੇ ਤਰ੍ਹਾਂ ਜਦੋਂ ਆਪਾਂ ਕੋਈ ਸਾਈਕਲ ਚਲਾਉਂਦੇ ਹਾਂ, ਠੀਕ ਹੈ, ਤਾਂ ਉਦੋਂ ਵੀ ਕੀ ਕਰਦਾ, ਕਦੇ ਸਾਈਕਲ ਦੀ ਸਪੀਡ ਵੱਧ ਹੁੰਦੀ ਹੈ ਕਦੇ ਘੱਟ ਹੁੰਦੀ ਹੈ। ਠੀਕ ਹੈ, ਉਹ ਕੀ ਹੁੰਦੀ ਹੈ, ਨੋਨ ਯੂਨੀਫਾਰਮ ਮੋਸ਼ਨ ਹੋਵੇਗੀ। ਠੀਕ ਹੈ, ਉਸ ਤੋਂ ਬਾਅਦ ਹੈ ਡਿਸਟੈਂਸ ਐਂਡ ਡਿਸਪਲੇਸਮੈਂਟ ਕੀ ਹੁੰਦਾ ਹੈ। ਠੀਕ ਹੈ, ਡਿਸਟੈਂਸ ਦੇ ਵਿੱਚ ਕੀ ਹੁੰਦਾ, ਸਿਰਫ ਦੂਰੀ ਹੀ ਦੱਸੀ ਜਾਂਦੀ ਹੈ ਕਿ ਇੰਨੀ ਦੂਰੀ ਹੈ, ਤੇ ਡਿਸਪਲੇਸਮੈਂਟ ਦੇ ਵਿੱਚ ਕੀ ਹੈ, ਦੂਰੀ ਦੇ ਨਾਲ ਨਾਲ ਦਿਸ਼ਾ ਵੀ ਦੱਸੀ ਜਾਂਦੀ ਹੈ। ਠੀਕ ਹੈ, ਮੰਨ ਲਓ ਕਿ ਇਹ ਕੋਈ ਪੁਆਇੰਟ ਹੈ ਜਿੱਥੋਂ ਕੋਈ ਚੀਜ਼ ਚੱਲ ਰਹੀ ਹੈ, ਉਹ ਇਸ ਨੌਰਥ ਜੋ ਇਸ ਸਾਈਡ ਜਾ ਰਹੀ ਹੈ। ਠੀਕ ਹੈ, ਇਹ ਹੈ ਮੰਨ ਲਓ 5 ਕਿਲੋਮੀਟਰ। ਠੀਕ ਹੈ, ਅਗਰ ਇਹ ਕਹਿਦਾ ਮੈਂ ਕਿ ਇਹ 5 ਕਿਲੋਮੀਟਰ ਕੀ ਹੈ, ਉਹਦੀ ਦੂਰੀ ਹੈ। ਅਗਰ ਮੈਂ ਇਹ ਕਹਿਦਾ ਕਿ ਇਸ ਪੁਆਇੰਟ ਤੋਂ ਸਟਾਰਟਿੰਗ ਪੁਆਇੰਟ ਤੋਂ ਨੌਰਥ ਵੱਲ, ਠੀਕ ਹੈ, ਜੋ ਉੱਤਰ ਦਿਸ਼ਾ ਵੱਲ ਕੀ ਹੈ ਕਿ 5 ਕਿਲੋਮੀਟਰ ਹੈ, ਤਾਂ ਇਸ ਦੇ ਵਿੱਚ ਕੀ ਹੋਗਾ, ਇਹ ਡਿਸਪਲੇਸਮੈਂਟ ਹੋਵੇਗਾ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਡਿਸਪਲੇਸਮੈਂਟ ਦੇ ਵਿੱਚ ਕੀ ਹੁੰਦਾ ਕਿ ਦੋਨਾਂ ਦੀ ਗੱਲ ਕੀਤੀ ਗਈ ਹੈ, ਦੂਰੀ ਅਤੇ ਦਿਸ਼ਾ ਦੀ। ਠੀਕ ਹੈ, ਜਿਸ ਤਰ੍ਹਾਂ ਇਸ ਦੇ ਵਿੱਚ ਕੀ ਹੈ ਕਿ ਇਹ ਤਾਂ ਜਿਵੇਂ ਕਿ ਸਟਾਰਟਿੰਗ ਪੁਆਇੰਟ ਹੈਗਾ ਤਾਂ ਕੋਈ ਕਾਰ ਜਾ ਰਹੀ ਹੈ। ਠੀਕ ਹੈ, ਇਸ ਤਰ੍ਹਾਂ ਇੰਨੀ ਡਿਸਟੈਂਸ ਕਵਰ ਕਰਕੇ ਜਾ ਰਹੀ ਹੈ। ਅਗਰ ਮੈਂ ਕਹਿਦਾ ਕਿ ਇਸ ਸਟਾਰਟਿੰਗ ਪੁਆਇੰਟ ਤੋਂ ਜਿਹੜਾ ਇਹ ਐਂਡਿੰਗ ਪੁਆਇੰਟ ਹੈ ਉਹ ਕਿੰਨੀ ਦੂਰ ਹੈ, ਤਾਂ ਉਹ ਕਹਿ ਦਿੰਦੇ ਕਿ ਇਹ ਉਸਦੇ ਨੌਰਥ ਹੈ, ਸਾਊਥ ਹੈ, ਠੀਕ ਹੈ, ਈਸਟ ਹੈ, ਵੈਸਟ ਹੈ, ਕੁਛ ਵੀ ਕਹਿ ਸਕਦੇ ਆਪਾਂ। ਠੀਕ ਹੈ, ਉਹ ਕੀ ਹੁੰਦਾ ਕਿ ਉਸਦੀ ਡਿਸਪਲੇਸਮੈਂਟ ਕਹੀ ਜਾਂਦੀ ਹੈ। ਡਿਸਪਲੇਸਮੈਂਟ ਦੇ ਵਿੱਚ ਹਮੇਸ਼ਾ ਦਿਸ਼ਾ ਅਤੇ ਦੂਰੀ ਦੀ ਗੱਲ ਕੀਤੀ ਜਾਵੇਗੀ। ਠੀਕ ਹੈ, ਵੈਲੋਸਿਟੀ ਕੀ ਹੁੰਦੀ ਹੈ, ਵੇਗ। ਇੱਕ ਨਿਸ਼ਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ। ਇੱਕ ਨਿਸ਼ਚਿਤ ਦਿਸ਼ਾ ਵਿੱਚ ਚਾਲ ਜੋ ਕਿਸੇ ਵੀ ਸਾਧਨ ਜਾਂ ਵਸਤੂ ਦੀ ਜੋ ਇੱਕ ਨਿਸ਼ਚਿਤ ਦਿਸ਼ਾ ਵੱਲ ਜਾਣਾ ਚਾਹੁੰਦੇ ਉਹਦੀ ਵੈਲੋਸਿਟੀ ਕਹਿਲਾਉਂਦੀ ਹੈ। ਵੈਲੋਸਿਟੀ ਦੇ ਵਿੱਚ ਵੀ ਡਿਸਪਲੇਸਮੈਂਟ ਦੀ ਤਰ੍ਹਾਂ ਸਪੀਡ ਅਤੇ ਡਾਇਰੈਕਸ਼ਨ ਬਾਰੇ ਗੱਲ ਕੀਤੀ ਜਾਂਦੀ ਹੈ।
ठीक है। वेलोसिटी का SI यूनिट होता मीटर प्रति सैकंड होंगे। यह की होंगी एक वैक्टर क्वांटिटी होंगी है, एक जो स्पीड होंगी अपनी वो स्केलर क्वांटिटी होंगी है। ध्यान रखना कि जो वेलोसिटी होंगी एक वैक्टर क्वांटिटी होंगी है, स्पीड होंगी एक स्केलर क्वांटिटी। स्केलर क्वांटिटी होंगी है जी सिर्फ एको चीज़ बारे गल करे, सिर्फ दूरी बारे गल करे वो स्केलर होंगी है। जी दूरी के नाल ठीक है दिशा की गल करना वो वेग विलो या वैक्टर होंगी है। ठीक है। इसी तरह एवरेज स्पीड तो एवरेज वेलोसिटी कढ़ने खातर की एवरेज स्पीड खातर पहला सब तो पहला आप देखते हैं टोटल टाइम अपॉन टोटल सॉरी टोटल डिस्टेंस अपॉन टोटल टाइम कितना लेता है। ठीक है। टोटल डिस्टेंस अपॉन टोटल टाइम। ठीक है। तो कि एवरेज वेलोसिटी सॉरी एवरेज स्पीड के बराबर होता है। ठीक है। इसी तरह की किसी कार की जो टोटल डिस्टेंस उसने 60 किलोमीटर दी तय की 2 घंटे तो कितनी रहेगी 30 किलोमीटर पर। तो इसी तरह एवरेज वेलोसिटी की होंगी है डिसप्लेसमेंट ते टाइम। ठीक है। अपॉन टाइम डिसप्लेसमेंट अपॉन टाइम। ठीक है। ठीक है। डिसप्लेसमेंट बारे तो मैं दस चुका पहला। तो एक टोटल वेलोसिटी का जो एवरेज वेलोसिटी का यह फॉर्मूला होंगे ध्यान रखना तुम। ठीक है। U+V अपॉन 2। U की होंगे कि इनिशियल वेलोसिटी होंगी है कि जितों चलना शुरू कर दी है कार, तो V होंगे फाइनल वेलोसिटी जिथे जाके रुकती है। ठीक है। उन्होंने भाग 2 किया है। ठीक है। वो होंगे है एवरेज वेलोसिटी का यह फॉर्मूला जो ध्यान रखना तुम। एक्सेलरेशन पर की होंगे एक्सेलरेशन इज डिफाइंड एज द रेट ऑफ चेंज ऑफ वेलोसिटी। एक्सेलरेशन क्या होंगे कि किसी भी वस्तु की जो बेग विच परिवर्तन। ठीक है। मान लो कोई कार चल रही है उसकी कि पहला तो स्पीड चेंज हो, अगर स्पीड कॉन्सटेंट है तो वो एक्सेलरेशन च नहीं है। ठीक है। अगर कोई चीज़ स्पीड उसकी कॉन्सटेंट है, ठीक है, मतलब एको स्पीड उत्ते जा रही है, कोई डायरैक्शन चेंज नहीं कर रही, ठीक है, वो की होंगी है एक्सेलरेशन के नहीं होंगी। जिस तरह की तुहानू एग्जाम्पल दिखाने स्पीड वेलोसिटी के स्पीड ते डायरैक्शन की गल की जाती है। देखो जिमें कार है, ठीक है, एको दिशा के एको स्पीड के उत्ते जा रही है। ठीक है। इसका मतलब इस एक्सेलरेशन होगा या नहीं। ठीक है। इस कार के कोई एक्सेलरेशन नहीं होगा क्योंकि ये ना ही अपनी स्पीड चेंज कर रही है तो ना ही इस कोई दिशा चेंज हो रही है। ठीक है। जो तक किसी भी वस्तु के दिशा चेंज ना हो उसकी स्पीड चेंज ना हो, ठीक है, वो की होंगे उस एक्सेलरेशन नहीं होगा। ठीक है। इसी तरह दूसरा एग्जाम्पल जिस तरह यही कार है, ठीक है, ये बार बार की कर रही है अपनी दिशा चेंज कर रही है। ठीक है। डायरेक्शन चेंज कर रही है तो इसकी जो स्पीड भी चेंज होती है। ठीक है। वो की होंगी है एक्सेलरेशन होंगी है। एक्सेलरेशन ऐसे ही तरह एक एग्जाम्पल हो रहा है कि मान लो यह कार है एक, ठीक है, ये 30 किलोमीटर पर आवर के चल रही है तो यह, ठीक है, इस तो मुड़ी फिर इस साइड गई तो इस एक्सेलरेशन होगा या नहीं। ठीक है। एक्सेलरेशन मतलब की है कि कार की स्पीड तो कॉन्सटेंट है बट उसकी जो डायरैक्शन चेंज हो रही है। ठीक है। इसलिए की कहते हैं एक्सेलरेशन के है। ठीक है। इसी तरह के क्वेश्चन जो पूछे जाते हैं। उसी तरह हाउ टू फाइंड एक्सेलरेशन आप किमें फाइंड कर सकते हैं। ठीक है। एक्सेलरेशन का सब तो पहले आपको पता होना चाहिए कि SI यूनिट की होंगे मीटर स्क्वेयर सैकेंड होंगे। ठीक है। वेलोसिटी का होंगे मीटर प्रति सैकेंड। ठीक है। जिस तरह की एग्जांपल है इनिशियल वेलोसिटी किसी की जो है, ठीक है, वो 0 है तो फाइनल वेलोसिटी है वो, ठीक है, जिसनों 20 तो डिनोट किया 60 मीटर प्रति सैकेंड है तो टाइम होता 30 सैकेंड है। ठीक है। तो एवरेज जो फाइनल एक्सेलरेशन है जो आप किमें फाइंड करांगे, एक्सेलरेशन का फॉर्मूला ध्यान रखना है। ठीक है। B होंगे फाइनल वेलोसिटी तो U होंगे इनिशियल वेलोसिटी। ठीक है। फाइनल वेलोसिटी इनिशियल वेलोसिटी माइनस करांगे उन्होंने टाइम के नाल डिवाइड कर देवांगे। ठीक है। इस तरह एक किया है फाइनल वेलोसिटी अपनी कितनी सी 60 मीटर प्रति सैकेंड तो जो इनिशियल जो कार चली सी तो 0 मीटर प्रति सैकेंड। ठीक है। तो एक्सेलरेशन कितना अपना हो गया 30 तो जो अपना उसका टाइम उत्ते डिवाइड किया तो एक्सेलरेशन हमारा साडा होंदा है 2 मीटर पर सैकेंड स्क्वायर सैकेंड। ठीक है। 2 मीटर प्रति स्क्वायर सैकेंड। ठीक है। इस चीज़ का जो ध्यान रखना है एक्सेलरेशन पूछा जाता है
ਵੈਲੋਸਿਟੀ ਪੁੱਛੀ ਜਾਂਦੀ ਹੈ ਐਗਜ਼ਾਮ ਦੇ ਵਿੱਚ, ਠੀਕ ਹੈ। ਇਹ ਨਿਊਮੈਰੀਕਲ ਥੋੜ੍ਹੇ ਜਿਹੇ ਹੁੰਦੇ ਆ ਕੁਐਸਚਨ। ਤੋ ਇਹ ਤਾਂ ਇਹ ਸੀ ਆਪਣਾ ਜੋ ਮੋਸ਼ਨ ਦਾ ਅੱਜ ਫਾਈਨਲ, ਠੀਕ ਹੈ। ਧੰਨਵਾਦ ਜੀ।